TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਕੈਨੇਡਾ 'ਚ ਵਿਆਜ ਦਰਾਂ ਦੇ ਹੋਰ ਵਾਧੇ ਦੇ ਸੰਕੇਤ, ਜਾਖੜ ਖਿਲਾਫ ਕਾਂਗਰਸ ਨੇ ਕੀਤੀ ਖਾਨਾਪੂਰਤੀ, ਸਿੱਧੂ ਖਿੱਚੇਗਾ ਨਵੀਂ ਲਕੀਰ, ਸਿੱਧੂ ਦੇ ਇੱਕ ਨਵੇਂ ਟਵੀਟ ਨੇ ਛੇੜੀ ਚਰਚਾ, ਸੁਖਬੀਰ ਝੂਠ ਬੋਲ ਕੇ ਫਿਰ ਫਸੇ, ਆਪ ਬੁਲਾਰੇ ਨੇ ਕੀਤੇ ਤਿੱਖੇ ਹਮਲੇ, ਮੁੱਖ ਮੰਤਰੀ ਮਾਨ ਨੇ ਵੀ ਬਾਜਵਾ, ਸਿੱਧੂ ਸੁਖਬੀਰ ਅਤੇ ਵਿਰੋਧੀਆਂ ਨੂੰ ਦਿੱਤੇ ਕਰਾਰੇ ਜਵਾਬ, ਅਤੇ ਗੈਂਗਸਟਰਾਂ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਐਕਸ਼ਨ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਸੁਣ ਲੈਣਾ, ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ, ਆਪਣਾ ਫੇਸਬੁੱਕ ਪੇਜ TVN ਕੈਨੇਡਾ ਕਿਰਪਾ ਕਰਕੇ ਉੱਥੇ ਜ਼ਰੂਰ ਗੇੜਾ ਮਾਰ ਲਿਆ ਕਰੋ ਤੇ ਲਾਈਕ ਵੀ ਕਰ ਲੈਣਾ। ਤੇ ਇਸ ਚੈਨਲ ਨੂੰ ਜੇਕਰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਕੈਨੇਡਾ ਵਾਲੇ ਪਾਸੋਂ ਸ਼ੁਰੂਆਤ ਕਰਦੇ ਹਾਂ। ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਇੱਕ ਵਾਰ ਫਿਰ ਤੋਂ ਸੰਕੇਤ ਦਿੱਤੇ ਹੈ ਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਜੂਨ ਮਹੀਨੇ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਫਿਰ 0.5% ਦਾ ਵਾਧਾ ਕੀਤਾ ਜਾ ਸਕਦਾ ਹੈ। ਗਵਰਨਰ ਨੇ ਆਖਿਆ ਕਿ ਮਹਿੰਗਾਈ ਦੀ ਦਰ ਨੂੰ ਕਾਬੂ ਰੱਖਣਾ ਚਾਹੁੰਦੇ ਹਾਂ ਤੇ ਕਾਬੂ ਰੱਖਣ ਦੇ ਵਾਸਤੇ ਇਹ ਵਾਧਾ ਲਾਜ਼ਮੀ ਹੈ। ਟਿਫ ਮੈਕਲਮ ਹਾਊਸ ਆਫ ਕਾਮਨਜ਼ ਦੀ ਫਾਈਨਾਂਸ ਬਾਰੇ ਸਟੈਂਡਿੰਗ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਤੁਹਾਨੂੰ ਦੱਸਣਾ ਬਣਦਾ ਕਿ 2 ਹਫ਼ਤੇ ਪਹਿਲਾਂ ਵੀ ਸੈਂਟਰਲ ਬੈਂਕ ਨੇ ਆਪਣੀਆਂ ਵਿਆਜ ਦਰਾਂ ਵਿੱਚ 0.5 ਅੰਕ ਤੋਂ 1% ਤੱਕ ਦਾ ਵਾਧਾ, ਭਾਵ 0.5% ਵਾਧਾ ਕਰ ਦਿੱਤਾ ਸੀ ਤੇ ਸਾਲ 2000 ਤੋਂ ਵੱਧ ਇਕੱਠਾ ਕੀਤਾ ਜਾਣ ਵਾਲਾ ਏਡਾ ਵੱਡਾ ਵਾਧਾ ਸੀ ਉਹ। ਤੇ ਹੁਣ ਵਿਆਜ ਦਰਾਂ ਦੇ ਵਿੱਚ ਫਿਰ ਇੱਕ ਵਾਰ ਵਾਧਾ ਕੀਤੇ ਜਾਣ ਦੀ ਉਹਨਾਂ ਦੇ ਵੱਲੋਂ ਚੇਤਾਵਨੀ ਕਹਾ ਜਾਂ ਸੰਕੇਤ ਦਿੱਤੇ ਗਏ ਨੇ। ਉਹਨਾਂ ਨੇ ਆਖਿਆ ਕਿ ਬੈਂਕ ਦੇ ਵੱਲੋਂ ਜੂਨ ਦੇ ਵਿੱਚ 0.5% ਅੰਕ ਨਾਲ ਵਿਆਜ ਦਰਾਂ ਵਿੱਚ ਵਾਧਾ ਕਰਨ ਦੇ ਬਾਰੇ ਇਸ ਵਕਤ ਵਿਚਾਰ ਵਟਾਂਦਰੇ ਹੋ ਰਹੇ ਹੈ। ਮਾਰਚ ਦੇ ਵਿੱਚ ਕੈਨੇਡਾ ਦੇ ਵਿੱਚ ਜੇਕਰ ਮਹਿੰਗਾਈ ਦਰ ਦਾ ਜ਼ਿਕਰ ਕਰਾਂ ਤਾਂ ਤਕਰੀਬਨ 3 ਦਹਾਕਿਆਂ ਵਿੱਚ ਸਭ ਤੋਂ ਉੱਚੇ ਦਰ ਤੇ ਸੀ, 6.7% ਪਾਈ ਗਈ ਸੀ। ਤੇ ਜਨਵਰੀ ਮਹੀਨੇ ਸੈਂਟਰਲ ਬੈਂਕ ਦੇ ਵੱਲੋਂ ਪੇਸ਼ ਕੀਤੀ ਗਈ ਮੋਨੀਟਰੀ ਰਿਪੋਰਟ ਦੇ ਵਿੱਚ ਪੇਸ਼ ਕੀਤੀ ਗਿਆ ਕਿਆਸ ਨਾਲੋਂ ਇਹ ਮਹਿੰਗਾਈ ਦਰ ਜ਼ਿਆਦਾ ਸੀ। ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਇਹ ਵੀ ਆਖਿਆ ਕਿ ਰੂਸ ਵੱਲੋਂ ਯੂਕਰੇਨ ਤੇ ਕੀਤੇ ਗਏ ਹਮਲੇ ਕਾਰਨ ਐਨਰਜੀ ਅਤੇ ਹੋਰਨਾਂ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਕਾਫੀ ਇਜ਼ਾਫਾ ਹੋਇਆ ਹੈ। ਗਲੋਬਲ ਸਪਲਾਈ ਚੇਨ ਦੇ ਵਿੱਚ ਵੀ ਵਾਧਾ ਹੋਣ ਦਾ ਖਦਸ਼ਾ ਉਹਨਾਂ ਨੇ ਆਖਿਆ ਹੈ, ਪਰ ਉਹਨਾਂ ਨੇ ਆਖਿਆ ਕਿ ਘਰੇਲੂ ਕੀਮਤਾਂ ਉੱਤੇ ਵੀ ਦਬਾਅ ਪੈ ਰਿਹਾ ਹੈ ਅਤੇ ਲੋਕਾਂ ਦੇ ਸੁਪਨੇ ਚੂਰ ਹੋ ਰਹੇ ਨੇ। ਇਸ ਕਰਕੇ ਇਸ ਮਹਿੰਗਾਈ ਦਰ ਨੂੰ ਕਾਬੂ ਰੱਖਣ ਦੇ ਵਾਸਤੇ ਵਿਆਜ ਦਰਾਂ ਦੇ ਵਿੱਚ ਜੂਨ ਮਹੀਨੇ 0.5% ਦਾ ਵਾਧਾ ਕੀਤਾ ਜਾ ਸਕਦਾ ਹੈ। ਮੈਂ ਤੁਹਾਨੂੰ ਦੱਸਦੇ ਹਾਂ ਕਿ ਕੋਵਿਡ ਦੇ ਦੌਰਾਨ ਕੈਨੇਡਾ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਵਿਆਜ ਦਰਾਂ ਸੀ 0.25%। ਫਿਰ ਕੁਝ ਕੁ ਹਫ਼ਤੇ ਪਹਿਲਾਂ 0.25% ਵਧਾ ਕੇ 0.5% ਵਿਆਜ ਦਰ ਹੋ ਗਈ ਸੀ ਅਤੇ ਥੋੜ੍ਹੇ ਦਿਨ ਪਹਿਲਾਂ 0.5% ਹੋਰ ਵਧਾ ਕੇ ਇਸ ਵਕਤ ਬੈਂਕ ਆਫ ਕੈਨੇਡਾ ਦੀ ਵਿਆਜ ਦਰ 1% ਕੈਨੇਡਾ ਦੇ ਵਿੱਚ ਹੈ ਅਤੇ ਤਕਰੀਬਨ ਜੂਨ ਮਹੀਨੇ 0.5% ਹੋਰ ਵਧਾਏ ਜਾਣ ਦਾ ਸੰਕੇਤ ਗਵਰਨਰ ਸਾਹਿਬ ਵੱਲੋਂ ਦੇ ਦਿੱਤਾ ਗਿਆ ਹੈ। ਤੇ ਆਹ ਜਿਹੜੀ ਅਗਲੀ ਖਬਰ ਹੈ, ਇਹਨੂੰ ਖਾਨਾ ਪੂਰਤੀ ਆਖੋ ਭਾਵੇਂ ਕਾਰਵਾਈ ਆਖੋ। ਅਸਲ ਦੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਖਿਲਾਫ ਕਹਿੰਦੇ ਕਾਰਵਾਈ ਕਰਨੀ ਹੈ ਵੀ ਕਾਰਵਾਈ ਕਰਨੀ ਹੈ। ਹੁਣ ਕਾਰਵਾਈ ਕਿਹੋ ਜਿਹੀ ਕੀਤੀ ਉਹ ਤੁਹਾਨੂੰ ਮੈਂ ਦੱਸ ਦਿੰਦਾ। ਕਹਿੰਦੇ ਵੀ ਸਾਰੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ, ਸਾਰੇ ਅਹੁਦਿਆਂ ਤੋਂ ਫੈਸਲਾ ਕਰ ਦਿੱਤਾ ਕਿ ਉਹਨੂੰ ਹਟਾ ਦਿੱਤਾ ਜਾਵੇ। ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਸੁਨੀਲ ਜਾਖੜ ਨੂੰ 2 ਸਾਲ ਵਾਸਤੇ ਮੁਅੱਤਲ ਕਰਨ ਦੀ ਦਰਅਸਲ ਸਿਫਾਰਿਸ਼ ਕੀਤੀ ਸੀ, ਪਰ ਬਾਅਦ ਵਿੱਚ ਉਹਨਾਂ ਦੀ ਸੀਨੀਅਰਤਾ ਦੇਖੀ ਗਈ। ਸੀਨੀਅਰਤਾ ਦੇ ਮੱਦੇਨਜ਼ਰ ਕਾਰਵਾਈ ਤੋਂ ਬਚਣ ਵਾਸਤੇ ਸਹਿਮਤੀ ਬਣ ਗਈ। ਜਾਣਕਾਰੀ ਮਿਲੀ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਸ਼ਾਸਨੀ ਕਮੇਟੀ ਦੀਆਂ ਬਾਕੀ ਸਿਫਾਰਿਸ਼ਾਂ ਤਾਂ ਸਾਰੀਆਂ ਮੰਨ ਲਈਆਂ, ਮਨਜ਼ੂਰੀ ਦੇ ਦਿੱਤੀ, ਪਰ ਜਾਖੜ ਦੇ ਮੁੱਦੇ ਤੇ ਮੀਟਿੰਗ ਦੇ ਵਿੱਚ ਚਰਚਾ ਕੀਤੀ ਕਿ ਠੀਕ ਹੈ ਉਹਨਾਂ ਨੂੰ ਮੁਅੱਤਲੀ ਤਾਂ ਨਹੀਂ, 2 ਸਾਲ ਲਈ ਪਾਰਟੀ ਤੋਂ ਬਾਹਰ ਤਾਂ ਨਹੀਂ ਕਰਦੇ, ਪਰ ਉਹਨਾਂ ਤੋਂ ਸਾਰੇ ਅਹੁਦੇ ਲੈ ਜਾਣ, ਅਹੁਦਿਆਂ ਤੋਂ ਹਟਾਉਣ ਦਾ ਫੈਸਲਾ ਕਰ ਲਿਆ। ਕਿਉਂਕਿ ਤਕਰੀਬਨ 50 ਸਾਲ ਦਾ ਸਿਆਸੀ ਸਫ਼ਰ ਤੈਅ ਕਰ ਲਿਆ ਸੁਨੀਲ ਜਾਖੜ ਹੋਰਾਂ ਨੇ
ਤੇ ਕੱਲ ਸੁਨੀਲ ਜਾਖੜ ਹੋਰਾਂ ਨੇ ਇਸ ਕਾਰਵਾਈ ਤੋਂ ਪਹਿਲਾਂ ਲਿਖਿਆ ਸੀ ਗੁੱਡ ਲੱਕ ਕਾਂਗਰਸ। ਅਸਲ ਦੇ ਵਿੱਚ ਇਹ ਪ੍ਰਤੀਕਿਰਿਆ ਉਹਨਾਂ ਨੇ ਉਦੋਂ ਦਿੱਤੀ ਜਦੋਂ ਅਨੁਸ਼ਾਸਨੀ ਕਮੇਟੀ ਨੇ ਸੁਨੀਲ ਜਾਖੜ ਹੋਰਾਂ ਨੂੰ 2 ਸਾਲ ਦੀ ਮੁਅੱਤਲੀ ਕਰਨ ਦੀ ਸਿਫਾਰਿਸ਼ ਕਰ ਦਿੱਤੀ ਸੀ। ਟਵੀਟ ਦੇ ਵਿੱਚ ਇੱਕ ਉਹਨਾਂ ਨੇ ਸ਼ੇਅਰ ਵੀ ਜ਼ਿਕਰ ਕੀਤਾ ਸੀ ਕਿ ਆ ਸਿਰ ਕਲਮ ਹੋंगे उनके जिनमें अभी ज़मीर बाकी है। ਇਸ ਤੋਂ ਪਹਿਲਾਂ ਕਿ ਹਾਈ ਕਮਾਨ ਦਾ ਫੈਸਲਾ ਸਾਹਮਣੇ ਆਉਂਦਾ, ਜਾਖੜ ਨੇ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਮਹਿਜ਼ 3 ਸ਼ਬਦ ਗੁੱਡ ਲੱਕ ਕਾਂਗਰਸ ਕਹਿ ਕੇ ਸਪਸ਼ਟ ਸੰਕੇਤ ਦਿੱਤੇ ਸੀ, ਕਿਉਂਕਿ ਸਰਗਰਮ ਸਿਆਸਤ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹੈ। ਹੁਣ ਲੱਗਦਾ ਹੈ ਕਿ ਸ਼ਾਇਦ ਉਹ ਪਾਰਟੀ ਨੂੰ ਵੀ ਅਲਵਿਦਾ ਆਖ ਸਕਦੇ ਹੈ। ਇਹ ਵੀ ਗੱਲ ਇੱਥੇ ਦੱਸਣ ਵਾਲੀ ਹੈ ਕਿ ਸੁਨੀਲ ਜਾਖੜ ਲੰਬੇ ਸਮੇਂ ਤੋਂ ਕਾਂਗਰਸ ਤੋਂ ਨਾਰਾਜ਼ ਚੱਲੇ ਆ ਰਹੇ ਹੈ ਤੇ ਇਸ ਨਾਰਾਜ਼ਗੀ ਦੀ ਅੱਗ 'ਚ ਘਿਓ ਉਦੋਂ ਪਿਆ। ਦਰਅਸਲ ਜਦੋਂ ਸੁਨੀਲ ਜਾਖੜ ਹੋਰਾਂ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਦਿੱਤੀ ਤੇ ਉਹਨਾਂ ਨੇ ਕਿਹਾ ਸੀ ਕਿ ਪੈਰ ਦੀ ਜੁੱਤੀ ਇਸ਼ਾਰਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਕਿੰਨੀ ਵੀ ਮਹਿੰਗੀ ਕਿਉਂ ਨਾ ਹੋਵੇ ਪੈਰ ਦੀ ਜੁੱਤੀ, ਪਰ ਸਿਰ ਤੇ ਨਹੀਂ ਰੱਖੀ ਜਾਂਦੀ। ਤੇ ਉਹਨਾਂ ਦਾ ਇਹ ਬਿਆਨ ਭਾਵੇਂ ਹੀ G23 ਨੂੰ ਲੈ ਕੇ ਹੋਵੇ, ਪਰ ਪੰਜਾਬ 'ਚ ਸਿਆਸੀ ਰੰਗਤ ਦਿੱਤੀ ਗਈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜੋੜ ਲਿਆ ਗਿਆ ਤੇ ਹੈਰਾਨੀ ਹੁੰਦੀ ਹੈ ਕਿ ਗਿਰਗਿਟ ਵੀ ਮਰ ਜਾਂਦੀ ਹੋਣੀ ਆ ਸਿਆਸਤਦਾਨਾਂ ਦੇ ਬਿਆਨਾਂ ਨੂੰ ਸੁਣ ਕੇ ਕਿ ਮੇਰੇ ਤੋਂ ਅੱਗੇ ਲੰਘੇ ਫਿਰਦੇ ਆ। ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਰਾਜਕੁਮਾਰ ਵੇਰਕਾ ਨੇ ਉਸ ਵਕਤ ਜਦੋਂ ਜਾਖੜ ਸਾਹਿਬ ਦਾ ਬਿਆਨ ਸਾਹਮਣੇ ਆਇਆ ਸੀ, ਵੇਰਕਾ ਸਾਹਿਬ ਨੇ ਆਖਿਆ ਸੀ ਕਿ ਜਾਖੜ ਨੂੰ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ, ਮੰਗ ਕੀਤੀ ਸੀ। ਪਰ ਜਦੋਂ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ਗਈ ਕਿ 2 ਸਾਲ ਵਾਸਤੇ ਜਾਖੜ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰੋ, ਤੇ ਉਹੀ ਰਾਜਕੁਮਾਰ ਵੇਰਕਾ ਸਾਹਿਬ ਕਹਿੰਦੇ ਨਾ, ਇਹ ਬਹੁਤ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ, ਮੁਅੱਤਲੀ ਨਹੀਂ ਹੋਣੀ ਚਾਹੀਦੀ। ਪਹਿਲਾਂ ਆਪ ਮੰਗ ਕਰਦੇ ਹੋ, ਹੁਣ ਜੇ ਅਨੁਸ਼ਾਸਨੀ ਕਮੇਟੀ ਸਿਫਾਰਿਸ਼ ਕਰਦੇ ਆ ਤਾਂ ਤੁਸੀਂ ਵਿਰੋਧ 'ਚ ਖੜਦੇ ਹੋ। ਬਈ ਸ਼ਾਬਾਸ਼ ਏ ਤੁਹਾਡੇ ਬਿਆਨਾਂ ਦੇ, ਪੈਰ ਤੇ ਹੀ ਬਦਲ ਜਾਂਦੇ ਹੋ, ਅੱਡੀ ਤੇ ਘੁੰਮ ਜਾਂਦੇ ਹੋ। ਦੱਸਣਾ ਬਣਦਾ ਕਿ ਕਾਂਗਰਸ ਤਾਂ ਪਹਿਲਾਂ ਹੀ ਨਿਵਾਣ ਵੱਲ ਜਾ ਰਹੀ ਹੈ ਤੇ ਉਚਾਈ ਵੱਲ ਕੌਣ ਲੈ ਕੇ ਜਾਵੇ। ਕਹਿੰਦੇ ਜੀ ਕਾਂਗਰਸ ਨੇ ਜਾਖੜ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ, ਪਰ ਇਹ ਮਹਿਜ਼ ਖਾਨਾ ਪੂਰਤੀ ਤੋਂ ਵੱਧ ਕੇ ਕੁਝ ਨਹੀਂ, ਕਿਉਂਕਿ ਜਾਖੜ ਕੋਲ ਇਸ ਵਕਤ ਪਾਰਟੀ ਦਾ ਕੋਈ ਹੋਰ ਅਹੁਦਾ ਹੀ ਹੈ ਨਹੀਂ ਸੀ। ਚਲੋ ਖੈਰ, ਉਹਨਾਂ ਨੂੰ ਧਰਵਾਸ ਹੋ ਗਿਆ ਹੋਣਾ ਕਿ ਅਸੀਂ ਕੋਈ ਕਾਰਵਾਈ ਕਰ ਲਈ। ਪਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਨੱਕ 'ਚ ਦਮ ਕੀਤਾ ਪਿਆ ਹੈ। ਚੋਣ ਰਣਨੀਤੀ ਘਾੜੇ ਨੇ ਪ੍ਰਸ਼ਾਂਤ ਕਿਸ਼ੋਰ, ਜਿਹੜੇ ਪੀਕੇ ਦੇ ਨਾਮ ਨਾਲ ਮਸ਼ਹੂਰ ਨੇ, ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਪਾਰਟੀ ਨੇ ਪੇਸ਼ਕਸ਼ ਕੀਤੀ ਸੀ ਕਿ ਭਾਈ ਸਾਡੇ 'ਚ ਸ਼ਾਮਲ ਹੋ ਜਾ, ਪਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਓ। ਪਰ ਉਹਨਾਂ ਨੇ ਕਾਂਗਰਸ ਪਾਰਟੀ ਦੀ ਉਹ ਪੇਸ਼ਕਸ਼ ਠੁਕਰਾ ਦਿੱਤੀ ਹੈ ਤੇ ਬਾਅਦ ਦੇ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਨਜ਼ਰ ਆਏ ਤੇ ਮੁਲਾਕਾਤ ਉਹਨਾਂ ਦੀ ਹੋਈ ਹੈ। ਤੇ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਆਪਣੇ ਇੱਕ ਖਾਸ ਲਹਿਜੇ 'ਚ, ਇੱਕ ਖਾਸ ਅੰਦਾਜ਼ 'ਚ ਆਖਿਆ ਹੈ ਕਿ ਉਸ ਨਾਲ ਪੰਜਾਬ ਦੀ ਸਿਆਸਤ 'ਚ ਨਵੀਂ ਚਰਚਾ ਵੀ ਸ਼ੁਰੂ ਹੋ ਗਈ। ਜਿਹੜੀ ਗੱਲ ਉਹਨਾਂ ਨੇ ਆਖੀ ਹੈ, ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੋਈ ਨਵੀਂ ਸਿਆਸੀ ਲਕੀਰ ਖਿੱਚਣੀ ਚਾਹੁੰਦੇ ਹੈ। ਪੀਕੇ ਨੂੰ ਮਿਲਣ ਤੋਂ ਬਾਅਦ ਟਵੀਟ ਕੀਤਾ ਤੇ ਇੱਕ ਤਸਵੀਰ ਵੀ ਸਾਂਝੀ ਕੀਤੀ। ਸਿੱਧੂ ਨੇ ਲਿਖਿਆ ਕਿ ਪੁਰਾਣੇ ਦੋਸਤ ਪੀਕੇ ਨਾਲ ਸ਼ਾਨਦਾਰ ਮੁਲਾਕਾਤ ਹੋਈ। ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਅਜੇ ਵੀ ਵਧੀਆ ਹਨ। ਇਹਦੇ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਬੁਲਾਰੇ ਨੇ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਨਾਲ ਪੇਸ਼ਕਾਰੀ ਅਤੇ ਚਰਚਾ ਤੋਂ ਬਾਅਦ ਕਾਂਗਰਸ ਪ੍ਰਧਾਨ ਨੇ ਪ੍ਰਿਵਿਲੇਜਡ ਵਰਕਿੰਗ ਗਰੁੱਪ 2024 ਦਾ ਗਠਨ ਕੀਤਾ ਤੇ ਕਿਸ਼ੋਰ ਨੂੰ ਸੌਂਪੀ ਗਈ ਜ਼ਿੰਮੇਵਾਰੀ ਦੇ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਸ ਨੇ ਇਨਕਾਰ ਕਰ ਦਿੱਤਾ ਹੈ। ਅਸੀਂ ਪਾਰਟੀ ਨੂੰ ਦਿੱਤੇ ਗਏ ਉਹਨਾਂ ਦੇ ਯਤਨਾਂ ਅਤੇ ਸੁਝਾਵਾਂ ਦੀ ਸ਼ਲਾਘਾ ਕਰਦੇ ਹਾਂ। ਇਹ ਸੂਰਜੇਵਾਲਾ ਦਾ ਟਵੀਟ ਸੀ। ਉਧਰ ਸੂਰਜੇਵਾਲਾ ਦਾ ਟਵੀਟ ਤੇ ਉਹਦੇ ਥੋੜੀ ਦੇਰ ਬਾਅਦ ਤੁਸੀਂ ਇਹ ਦੇਖੋ ਕਿ ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ ਕਿ ਮੈਂ ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਗਰੁੱਪ ਦੇ ਹਿੱਸੇ ਵਜੋਂ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਚੋਣਾਂ ਦੀ ਜ਼ਿੰਮੇਵਾਰੀ ਲੈਣ ਲਈ ਕਾਂਗਰਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹਾਂ। ਦੱਸਣਾ ਬਣਦਾ ਕਿ ਬੀਤੇ ਕਈ ਦਿਨ ਤੋਂ ਚਰਚਾ ਚੱਲ ਰਹੀ ਸੀ ਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਕਾਂਗਰਸ ਨੂੰ ਸੁਝਾਅ ਦੇ ਰਹੇ ਨੇ, ਉਹ ਕਾਂਗਰਸ ਨੂੰ ਚੰਗੇ ਵੀ ਲੱਗੇ ਹੈ ਤੇ ਨਾਲ ਪਾਰਟੀ ਵਿੱਚ ਉਹਨਾਂ ਨੂੰ ਸ਼ਾਮਲ ਵੀ ਕਰ ਲਿਆ ਜਾਵੇਗਾ। ਕਾਂਗਰਸ ਪਾਰਟੀ ਦੇ ਅੰਦਰ ਵੀ ਚਿੰਤਨ ਮੰਥਨ ਲਗਾਤਾਰ ਹੁੰਦਾ ਰਿਹਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾ ਦਿੱਤੀ ਸੀ। ਕਮੇਟੀ ਦੀ ਰਿਪੋਰਟ ਤੇ ਵਿਚਾਰ ਕਰਨ ਤੋਂ ਬਾਅਦ ਸੋਮਵਾਰ ਵਾਲੇ ਦਿਨ
ਅਗਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਵਿੱਖ ਦੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਵਾਸਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਗਰੁੱਪ 2024 ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਪਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਸੱਦਾ ਸੀ ਪੇਸ਼ਕਸ਼ ਉਹ ਤਾਂ ਠੁਕਰਾ ਦਿੱਤੀ। ਪਰ ਉਹਦੇ ਤੋਂ ਬਾਅਦ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਹੈ ਨਾ, ਉਹਨੇ ਕੁਝ ਨਵੀਆਂ ਸਿਆਸੀ ਸਰਗਰਮੀਆਂ ਨੂੰ ਜਨਮ ਦੇ ਦਿੱਤਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਦਰਅਸਲ ਭੂਮਿਕਾ ਕੀ ਹੈ। ਉਹ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਤਾਂ ਨਹੀਂ ਕਿਤੇ, ਕਿਉਂਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਰਾਜਨੀਤਿਕ ਮੈਦਾਨ ਦੇ ਵਿੱਚ ਸਰਗਰਮ ਨੇ। ਅੱਧੀ ਦਰਜਨ ਤੋਂ ਵੱਧ ਸਾਬਕਾ ਕਾਂਗਰਸੀ ਵਿਧਾਇਕ ਵੀ ਉਹਦੇ ਨਾਲ ਘੁੰਮਦੇ ਨੇ। ਉਹ ਨਾ ਸਿਰਫ ਧਰਨੇ ਦੇ ਰਹੇ ਹੈ, ਸਗੋਂ ਹੋਰ ਵੀ ਜਿਹੜੇ ਕੁਝ ਇੱਕ ਪੰਜਾਬ ਦੇ ਮੁੱਦੇ ਨੇ, ਭਾਵੇਂ ਜਦੋਂ ਉਹਨਾਂ ਕੋਲ ਸਮਾਂ ਸੀ ਉਹਨਾਂ ਮੁੱਦਿਆਂ ਤੇ ਉਹਨਾਂ ਨੇ ਕੱਖ ਨਹੀਂ ਕੀਤਾ, ਪਰ ਬੀਤੇ ਕੁਝ ਇੱਕ ਦਿਨਾਂ ਤੋਂ ਲਗਾਤਾਰ ਸਰਗਰਮ ਨੇ। ਭਾਵੇਂ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇਣ ਤੋਂ ਪਹਿਲਾਂ ਆਖੀਏ, ਭਾਵੇਂ ਪ੍ਰਧਾਨਗੀ ਮਿਲਣ ਤੋਂ ਬਾਅਦ ਵੀ ਆਖੀਏ, ਪਰ ਹੁਣ ਸਭਨਾਂ ਦੇ ਮੂੰਹ ਦੇ ਉੱਤੇ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਸਰਗਰਮੀਆਂ ਦੇ ਪਿੱਛੇ ਕੌਣ? ਪ੍ਰਸ਼ਾਂਤ ਕਿਸ਼ੋਰ ਤਾਂ ਨਹੀਂ, ਕਿਉਂਕਿ ਜਿਹੜੀ ਉਹਨਾਂ ਨੇ ਫੋਟੋ ਟਵੀਟ ਕੀਤੀ ਹੈ ਉਹ ਬਹੁਤ ਕੁਝ ਬਿਆਨ ਕਰ ਰਹੀ ਹੈ। ਵੇਖੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੱਚਮੁੱਚ ਨਵਜੋਤ ਸਿੰਘ ਸਿੱਧੂ ਕਿਸੇ ਖੇਤਰੀ ਪਾਰਟੀ ਦਾ ਐਲਾਨ ਕਰਦੇ ਹੈ? ਕੀ ਨਵਜੋਤ ਸਿੰਘ ਸਿੱਧੂ ਕੋਈ ਆਪਣੀ ਲਕੀਰ ਖਿੱਚਦੇ ਹੈ? ਕਿ ਉਸ ਖਿੱਚੀ ਲਕੀਰ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਕੋਈ ਭੂਮਿਕਾ ਨਜ਼ਰ ਆਉਂਦੀ ਹੈ? ਇਹ ਵੇਖਣਾ ਹੋਵੇਗਾ, ਪਰ ਕਿਆਸ ਲੱਗਣੇ ਸ਼ੁਰੂ ਹੋ ਗਏ ਹੈ। ਪਰ ਸੁਖਬੀਰ ਬਾਦਲ ਹੋਰੀ ਇੱਕ ਵਾਰੀ ਫਿਰ ਫਸ ਗਏ ਹੈ। ਤੁਹਾਨੂੰ ਯਾਦ ਹੋਣਾ, ਪਹਿਲਾਂ ਵਿਸਾਖੀ ਵਾਲੇ ਦਿਨ ਉਹਨਾਂ ਨੇ ਦੋਸ਼ ਲਾਏ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਲਵੰਡੀ ਸਾਬੋ ਦਮਦਮਾ ਸਾਹਿਬ ਉੱਥੇ ਸ਼ਰਾਬ ਪੀ ਕੇ ਗਏ ਹੈ। ਬਾਅਦ 'ਚ ਉਹਨਾਂ ਦੀ ਇੱਕ ਕਮੇਟੀ ਮੈਂਬਰ ਨੇ ਆਖਿਆ ਸੀ ਕਿ ਮੈਂ ਉੱਥੇ ਕੋਲ ਸੀ, ਇਹੋ ਜਿਹਾ ਕੁਝ ਨਹੀਂ ਸੀ, ਸਬੂਤ ਦੇ ਦੇਵੇ ਸੁਖਬੀਰ, ਮੈਂ ਮਾਫੀ ਮੰਗ ਲਵਾਂ। ਸਬੂਤ ਤਾਂ ਦਿੰਦੇ ਜੇ ਉਹਨਾਂ ਦੇ ਕੋਲ ਕੋਈ ਹੁੰਦਾ। ਤੇ ਹੁਣ ਫਿਰ ਇੱਕ ਪ੍ਰੈਸ ਕਾਨਫਰੰਸ ਕੱਲ੍ਹ ਕੀਤੀ ਸੀ, ਉਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਫਿਰ ਨਿਸ਼ਾਨੇ ਤੇ ਧਰ ਲਿਆ। ਅਸਲ ਦੇ ਵਿੱਚ ਪੰਜਾਬ ਅਤੇ ਦਿੱਲੀ ਸਰਕਾਰਾਂ ਦੇ ਵਿਚਕਾਰ ਨੌਲੇਜ ਸ਼ੇਅਰ ਸਮਝੌਤਾ ਹੋਇਆ ਹੈ। ਆਮ ਆਦਮੀ ਪਾਰਟੀ ਨੂੰ ਇਤਿਹਾਸਕ ਕਰਾਰ ਦੇ ਰਹੀ ਹੈ। ਉਹ ਕਹਿੰਦੇ ਆ ਕਿ ਪੰਜਾਬ ਦੇ ਸਿੱਖਿਆ ਦੇ ਖੇਤਰ ਦੇ ਵਿੱਚ, ਡਾਕਟਰੀ ਦੇ ਖੇਤਰ ਦੇ ਵਿੱਚ, ਸਿਹਤ ਦੇ ਖੇਤਰ ਦੇ ਵਿੱਚ ਸੁਧਾਰ ਕਰਨ ਵਾਲੇ ਕਦਮ ਨੇ ਇਹ। ਹੁਣ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ। ਇਹਨਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਵੀ ਇੱਕ ਪ੍ਰੈਸ ਕਾਨਫਰੰਸ ਕਰ ਚੁੱਕੇ ਸੀ। ਔਰ ਉਹਨਾਂ ਜਿਹੜੇ ਸਵਾਲ ਉਠਾਏ ਉਹਨਾਂ ਨੂੰ ਆਧਾਰ ਬਣਾ ਕੇ ਮਾਲਵਿੰਦਰ ਕੰਗ ਹੋਰਾਂ ਨੇ ਕੁਝ ਤਿੱਖੇ ਹਮਲੇ ਕੀਤੇ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਇਹਨਾਂ ਦੇ ਵੱਲੋਂ ਨੌਲੇਜ ਸ਼ੇਅਰ ਸਮਝੌਤਾ ਕੀਤਾ ਗਿਆ ਹੈ ਜੋ ਪੰਜਾਬ ਅਤੇ ਦਿੱਲੀ ਦੇ ਲੋਕਾਂ ਦੇ ਵਾਸਤੇ ਲਾਭਦਾਇਕ ਹੋਏਗਾ। ਉਹਨਾਂ ਨੇ ਆਖਿਆ ਕਿ ਇਸ ਸਮਝੌਤੇ ਦੇ ਨਾਲ ਪੰਜਾਬ ਦੇ ਭਵਿੱਖ ਨੂੰ ਚੰਗਾ ਬਣਾਉਣ ਦੀ ਸ਼ੁਰੂਆਤ ਹੋਊ, ਪੰਜਾਬ ਅਤੇ ਪੰਜਾਬੀਆਂ ਦਾ ਚੰਗਾ ਭਵਿੱਖ ਹੋਊਗਾ। ਕੇਜਰੀਵਾਲ ਅਤੇ ਭਗਵੰਤ ਮਾਨ ਲਗਾਤਾਰ ਨਵੇਂ ਤਜਰਬੇ ਕਰ ਰਹੇ ਨੇ, ਪ੍ਰਯੋਗ ਕਰ ਰਹੇ ਹੈ ਅਤੇ ਕੁਝ ਕ੍ਰਾਂਤੀਕਾਰੀ ਫੈਸਲੇ ਲੈ ਰਹੇ ਹੈ। ਮਾਲਵਿੰਦਰ ਕੰਗ ਕਹਿੰਦੇ ਕਿ ਇਸ ਸਮਝੌਤੇ ਦਾ ਇੱਕੋ ਇੱਕ ਮਕਸਦ ਹੈ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਸਿੱਖਿਆ ਅਤੇ ਇਲਾਜ ਵਿਵਸਥਾ ਮਜ਼ਬੂਤ ਕੀਤੀ ਜਾਵੇ, ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਅਤੇ ਚੰਗੀ ਸਿੱਖਿਆ ਦਿੱਤੀ ਜਾਵੇ, ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਸਮਝੌਤੇ ਤੋਂ ਬਾਅਦ ਹੁਣ ਦੋਵੇਂ ਸਰਕਾਰਾਂ ਲੋਕ ਭਲਾਈ ਲਈ ਜ਼ਰੂਰੀ ਅਤੇ ਮਹੱਤਵਪੂਰਨ ਵਿਚਾਰਾਂ ਨੂੰ, ਯੋਜਨਾਵਾਂ ਨੂੰ ਆਪਸ ਦੇ ਵਿੱਚ ਸਾਂਝੀਆਂ ਕਰ ਸਕਿਆ ਕਰਨਗੀਆਂ, ਜਿਸ ਨਾਲ ਸਰਕਾਰੀ ਸੇਵਾਵਾਂ ਤੇ ਕਲਿਆਣਕਾਰੀ ਯੋਜਨਾਵਾਂ ਨੂੰ ਉਤਸ਼ਾਹ ਮਿਲੂ, ਲੋਕਾਂ ਨੂੰ ਚੰਗੀਆਂ ਤੇ ਬੁਨਿਆਦੀ ਸਹੂਲਤਾਂ ਮਿਲਣਗੀਆਂ। ਪੰਜਾਬ ਦੇ ਚੰਗੇ ਮਾਡਲ ਨਾਲ ਦਿੱਲੀ ਦੇ ਲੋਕਾਂ ਨੂੰ ਲਾਭ ਮਿਲੂ ਅਤੇ ਦਿੱਲੀ ਦੀਆਂ ਚੰਗੀਆਂ ਯੋਜਨਾਵਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਮਿਲੂ। ਪਰ ਵਿਰੋਧੀ ਪਾਰਟੀਆਂ ਇਸ ਸਮਝੌਤੇ ਤੇ ਸਵਾਲ ਖੜੇ ਕਰ ਰਹੀਆਂ ਸੀ। ਮਾਲਵਿੰਦਰ ਕੰਗ ਹੋਰਾਂ ਨੇ ਫਿਰ ਆੜੇ ਹੱਥੀਂ ਲੈ ਲਿਆ। ਉਹ ਕਹਿੰਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੀਡੀਆ ਨੂੰ ਕਹਿੰਦੇ ਮੁਖਾਤਬਤਾ ਹੋ ਰਹੇ ਸੀ, ਪਰ ਝੂਠ ਦਾ ਪਲੰਦਾ ਲੈ ਕੇ ਝੂਠੇ ਦਸਤਾਵੇਜ਼ ਦਿਖਾ ਰਹੇ ਸੀ। ਉਹਨਾਂ ਨੇ ਫਿਰ ਬਾਦਲ ਪਰਿਵਾਰ ਤੇ ਹਮਲਾ ਬੋਲ ਦਿੱਤਾ ਕਿ ਜਿਨ੍ਹਾਂ ਲੋਕਾਂ ਨੇ ਨੌਜਵਾਨਾਂ ਨੂੰ ਪੰਜਾਬ ਛੱਡ ਕੇ ਵਿਦੇਸ਼ ਜਾਣ ਵਾਸਤੇ ਮਜਬੂਰ ਕਰ ਦਿੱਤਾ, ਨੌਜਵਾਨਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ, ਨਸ਼ਿਆਂ ਦੇ ਜਾਲ ਦੇ ਵਿੱਚ ਧੱਕ ਦਿੱਤਾ, ਅੱਜ ਉਹ ਲੋਕ ਪੰਜਾਬ ਸਰਕਾਰ ਦੇ ਚੰਗੇ ਫੈਸਲੇ ਤੇ ਸਵਾਲ ਚੁੱਕ ਰਹੇ ਆ। ਸ਼ਰਮ ਨਹੀਂ ਆਉਂਦੀ?
ਬਾਦਲ ਪਰਿਵਾਰ ਨੂੰ ਕਹਿੰਦੇ ਇਸ ਮਾਮਲੇ ਦੇ ਵਿੱਚ ਬੋਲਣ ਦਾ ਅਸਲ ਦੇ ਵਿੱਚ ਨੈਤਿਕ ਕੋਈ ਹੱਕ ਹੀ ਨਹੀਂ ਰਹਿ ਜਾਂਦਾ। ਉਹ ਕਹਿੰਦੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਨਾਲ ਬਾਦਲ ਅਕਾਲੀ ਦਲ ਕਿਹਾ ਉਹਨਾਂ ਨੇ ਕਿ ਦੋਵਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਲੁੱਟਿਆ ਵੀ ਹੈ, ਕੁੱਟਿਆ ਵੀ ਹੈ, ਸਰਕਾਰੀ ਸਾਧਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਹੈ। ਅਕਾਲੀ ਦਲ ਨੇ ਕਹਿੰਦੇ ਸਰਕਾਰੀ ਬੱਸ ਸੇਵਾ ਨੂੰ ਬਰਬਾਦ ਕਰਕੇ ਆਪਣੀਆਂ ਬੱਸਾਂ ਚਲਾ ਲਈਆਂ, ਜਿਸ ਦੇ ਕਾਰਨ ਕਹਿੰਦੇ ਪੀਆਰਟੀਸੀ ਤੇ ਰੋਡਵੇਜ਼ ਘਾਟੇ ਚੱਲ ਰਹੀ ਸੀ। ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ ਚਾੜ ਦਿੱਤਾ। ਇਹਦੇ ਤੋਂ ਤਾਂ ਕਹਿੰਦੇ ਮੁਨਕਰ ਨਹੀਂ ਨਾ ਹੋ ਸਕਦੇ ਕਿ ਪੰਜਾਬ ਤੇ ਸਿਰ 3 ਲੱਖ ਕਰੋੜ ਦਾ ਕਰਜ਼ ਚੜਿਆ ਤੇ ਸਰਕਾਰਾਂ ਇਹਨਾਂ ਦੀਆਂ ਸੀ। ਤੇ ਆਪ ਕੀ ਕੀਤਾ? ਲੋਕ ਕਰਜ਼ਈ ਕਰਦੇ ਤੇ ਆਪਣੇ ਹੋਟਲ ਤੇ ਮਹੱਲ ਖੜੇ ਕਰ ਲਏ। ਕਹਿੰਦੇ ਕਾਂਗਰਸ ਅਤੇ ਅਕਾਲੀਆਂ ਦੇ ਸਮੇਂ ਪੰਜਾਬ ਦਾ ਜਿਹੜਾ ਢਾਂਚਾ ਖਰਾਬ ਹੋਇਆ ਹੈ ਉਹਨੂੰ ਠੀਕ ਨਹੀਂ, ਆਮ ਆਦਮੀ ਪਾਰਟੀ ਉਹਨੂੰ ਚੰਗੇ ਤਰੀਕੇ ਨਾਲ ਠੀਕ ਕਰਨ ਵਾਸਤੇ ਕਦਮ ਚੁੱਕ ਰਹੀ ਹੈ। ਪਰ ਦੂਸਰੇ ਪਾਸੇ ਕਹਿੰਦੇ ਇਹ ਕਹਿੰਦੇ ਕੀ ਨੇ, ਜੋ ਅਸੀਂ ਇੱਕ ਦੂਸਰੇ ਨਾਲ ਸਮਝੌਤੇ ਕਰਦੇ ਹਾਂ ਕਿ ਤਾਮਿਲਨਾਡੂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਗਏ ਨਹੀਂ ਸੀ, ਉਹਨਾਂ ਨੇ ਬਹੁਤ ਸਾਰੇ ਸਵਾਲ ਕੀਤੇ ਹੈ, ਪਰ ਲੱਗਦਾ ਸੀ ਕਿ ਸ਼ਾਇਦ ਮਾਲਵਿੰਦਰ ਕੰਗ ਹੋਰੀ ਸਵਾਦ ਲੈ ਕੇ ਸਾਰ ਲੈਣਗੇ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਸਾਰ ਲੈਣਗੇ, ਪਰ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਜਿਹੜਾ ਵਿਰੋਧੀ ਧਿਰਾਂ ਦਾ ਹੱਲਾ ਬੋਲਿਆ ਜਾ ਰਿਹਾ ਸੀ ਉਹਨਾਂ ਦੇ ਹਮਲੇ ਦਾ ਜਵਾਬ ਦੇਣ ਵਾਸਤੇ ਅੱਗੇ ਆਏ ਹੈ। ਜਿੰਨੇ ਵੀ ਵਿਰੋਧੀ ਪਾਰਟੀਆਂ ਦੇ ਆਗੂ ਸੀ ਜਿਨ੍ਹਾਂ ਨੇ ਸਵਾਲ ਖੜੇ ਕੀਤੇ ਸੀ ਉਹਨਾਂ ਤੇ ਖੁੱਲ੍ਹ ਕੇ ਵਰੇ ਭਗਵੰਤ ਮਾਨ। ਉਹ ਕਹਿੰਦੇ ਸਾਡੀ ਸਰਕਾਰ ਦੇ ਵੱਲੋਂ ਇਤਿਹਾਸਕ ਫੈਸਲੇ ਲਏ ਜਾ ਰਹੇ ਨੇ, ਫੈਸਲਿਆਂ ਦੀ ਆਲੋਚਨਾ ਕਰਨ ਲਈ ਬੇਬੁਨਿਆਦ, ਤਰਕਹੀਣ, ਫਜ਼ੂਲ ਅਤੇ ਸਿਆਸਤ ਤੋਂ ਪ੍ਰੇਰਿਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਕਹਿੰਦੇ ਗੁਰੇਜ਼ ਕਰੋ ਇਸ ਮਸਲੇ ਤੋਂ। ਅਸਲ ਦੇ ਵਿੱਚ ਆ ਸਾਰੀਆਂ ਗੱਲਾਂ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਆਖੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰ ਨੂੰ ਦਿੱਲੀ ਮਾਡਲ ਤੇ ਮੁੜ ਸੁਰਜੀਤ ਕਰਨ ਲਈ ਉਹਨਾਂ ਦੀਆਂ ਸਰਕਾਰ ਦੀਆਂ ਜਿਹੜੀਆਂ ਪਹਿਲ ਕਦਮੀਆਂ ਨੇ ਉਹਦੇ ਵਿਰੁੱਧ ਜਿਹੜਾ ਭੰਡੀ ਪ੍ਰਚਾਰ ਕਰਿਆ ਉਹਨਾਂ ਨੇ, ਉਹਦੀ ਫਿਟਕਾਰ ਲਾਈ ਭਗਵੰਤ ਮਾਨ ਹੋਰਾਂ ਨੇ ਤੇ ਨਾਲ ਨਸੀਹਤ ਦਿੱਤੀ ਸੁਖਬੀਰ ਨੂੰ। ਕਹਿੰਦੇ ਉਸਾਰੂ ਆਲੋਚਨਾ ਦਾ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ, ਪਰ ਸਿਰਫ ਆਲੋਚਨਾ ਅਤੇ ਸਿਆਸੀ ਹੋਂਦ ਬਚਾਉਣ ਲਈ ਆਲੋਚਨਾ ਕਰਨਾ ਨਿੰਦਣਯੋਗ ਹੈ। ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਵੀ ਆਪਾਂ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ ਸੀ। ਹਾਲਾਂਕਿ ਉਸ ਵਕਤ ਮਾਲਵਿੰਦਰ ਕੰਗ ਅਤੇ ਮੁੱਖ ਮੰਤਰੀ ਸਾਹਿਬ ਦੇ ਆਹ ਬਿਆਨ ਸਾਹਮਣੇ ਨਹੀਂ ਸੀ ਆਏ। ਅਕਾਲੀ ਦਲ ਦੀ ਦਿਨੋਂ ਦਿਨ ਬੁਖਲਾਹਟ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਉਸਾਰੂ ਸਿਆਸੀ ਏਜੰਡੇ ਤੋਂ ਪੂਰੀ ਤਰ੍ਹਾਂ ਸਖਣੀ ਹੈ, ਆਪ ਦੇ ਅਕਸ ਨੂੰ ਢਾਹ ਲਾਉਣ ਤੇ ਤੁਲੀ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਬਹੁਮਤ ਨਾਲ ਸੱਤਾ 'ਚ ਲਿਆਂਦਾ ਹੈ, ਜਦ ਕਿ ਅਕਾਲੀ ਤੇ ਕਾਂਗਰਸ ਦੋਵਾਂ ਦਾ ਸਫਾਇਆ ਕੀਤਾ ਪੰਜਾਬੀਆਂ ਨੇ। ਮੁੱਖ ਮੰਤਰੀ ਨੇ ਅਫਸੋਸ ਪ੍ਰਗਟਾਇਆ ਕਿ ਅਕਾਲੀ ਦਲ ਦਿੱਲੀ ਸਰਕਾਰ ਦੇ ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਨੌਲੇਜ ਸ਼ੇਅਰਿੰਗ ਐਗਰੀਮੈਂਟ ਨੂੰ ਲੈ ਕੇ ਬੇਲੋੜਾ ਰੌਲਾ ਰੱਪਾ ਪਾ ਰਿਹਾ ਹੈ। ਉਹ ਕਹਿੰਦੇ 44 ਸਾਲਾਂ ਤੱਕ ਪੰਜਾਬ ਤੇ ਰਾਜ ਕਰਨ ਵਾਲੀਆਂ ਦੋਵੇਂ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਖੁਸ਼ਹਾਲੀ ਲਈ ਕੋਈ ਠੋਸ ਕਦਮ ਤਾਂ ਚੁੱਕ ਨਹੀਂ ਸਕੀਆਂ, ਜਿਹਦੇ ਕਰਕੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਘਰ ਬੈਠਣਾ ਪੈ ਗਿਆ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਘੱਟੋ ਘੱਟ ਕੁਝ ਸਮਾਂ ਤਾਂ ਸਬਰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਕਹਿੰਦੇ ਉਹਨਾਂ ਦੀ ਸਰਕਾਰ ਨੇ ਹਲੇ 44 ਦਿਨ ਵੀ ਨਹੀਂ ਪੂਰੇ ਕੀਤੇ ਤੇ ਇਹਨਾਂ ਨੇ 44 ਸਾਲ ਪੂਰੇ ਕੀਤੇ ਹੈ। ਕਾਂਗਰਸ ਕਹਿੰਦੇ 25 ਸਾਲ ਤੋਂ ਵੱਧ ਸੱਤਾ 'ਚ ਰਹੀ ਪੰਜਾਬ 'ਚ, ਅਕਾਲੀ ਦਲ 19 ਸਾਲ ਤੋਂ ਵੱਧ ਸਮੇਂ ਤੱਕ ਸੱਤਾ 'ਚ ਰਿਹਾ ਪੰਜਾਬ 'ਚ, ਤੇ ਇਹ 44 ਸਾਲ ਰਾਜ ਕਰਨ ਵਾਲੇ ਅੱਜ ਸਿੱਖਿਆ ਦੇਣ ਲੱਗ ਪਏ ਤੇ ਮੈਨੂੰ ਹਲੇ 44 ਦਿਨ ਵੀ ਨਹੀਂ ਹੋਏ। ਉਹਨਾਂ ਨੇ ਸੁਖਬੀਰ ਬਾਦਲ ਨੂੰ ਆਖਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਚਲਾਉਣ ਦੇ ਝੂਠੇ ਪ੍ਰਚਾਰ ਨਾ ਕਰੋ, ਲੋਕਾਂ ਨੂੰ ਮੂਰਖ ਨਾ ਬਣਾਓ। ਕਹਿੰਦੇ KSA ਬਾਰੇ ਝੂਠੇ ਦਸਤਾਵੇਜ਼ਾਂ ਦੇ ਹਵਾਲੇ ਦੇ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ। ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਸੁਖਬੀਰ ਬਾਦਲ ਝੋਨੇ ਦੀ ਪਰਾਲੀ ਤੋਂ ਬਿਜਲੀ ਦਾ ਉਤਪਾਦਨ ਕਰਨ ਲਈ ਸਹਿਯੋਗ ਵਾਸਤੇ ਚੀਨ ਗਿਆ ਸੀ। ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਕੈਨੇਡਾ ਦੇ ਓਨਟਾਰੀਓ ਸੂਬੇ ਨਾਲ ਵੱਖ-ਵੱਖ ਖੇਤਰਾਂ ਵਿੱਚ ਕਈ ਸਮਝੌਤੇ ਕਰਕੇ ਆਏ ਸੀ। ਫਿਰ ਉਹ ਕਹਿੰਦੇ ਮੈਂ ਸਵਾਲ ਕਰਦਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਜਦੋਂ ਚੀਨ ਨਾਲ ਕੈਨੇਡਾ ਦੇ ਸੂਬੇ ਓਨਟਾਰੀਓ ਨਾਲ ਸਮਝੌਤੇ ਕੀਤੇ, ਕਿ ਫਿਰ ਉਹਨਾਂ ਦੀ ਸਰਕਾਰ ਚੀਨ ਵੱਲੋਂ ਜਾਂ ਓਨਟਾਰੀਓ ਸਰਕਾਰ ਵੱਲੋਂ ਚਲਾਈ ਜਾਂਦੀ ਰਹੀ? ਤੇ ਨਾਲ ਫਿਰ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਘੇਰ ਲਿਆ, ਉਹਨਾਂ ਨੂੰ ਵੀ ਲੰਬੇ ਹੱਥੀਂ ਆੜੇ ਹੱਥੀਂ ਲਿਆ। ਭਗਵੰਤ ਮਾਨ ਹੋਰਾਂ ਨੇ ਆਖਿਆ ਕਿ ਸਿਆਸੀ ਸ਼ਹਿ ਲਈ ਬੇਬੁਨਿਆਦ ਦੋਸ਼ ਲਗਾਉਣ ਤੋਂ ਗੁਰੇਜ਼ ਕਰੋ ਬਾਜਵਾ ਸਾਹਿਬ।
ਕਹਿੰਦੇ ਮੈਂ ਤੁਹਾਨੂੰ ਉਹ ਵੇਲਾ ਯਾਦ ਕਰਵਾਉਣਾ ਹੈ ਜਦੋਂ ਤੁਹਾਡੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਆਪਣੇ ਵਿਦੇਸ਼ੀ ਮਹਿਮਾਨ ਦੇ ਕਹਿਣ ਤੇ ਮੁੱਖ ਸਕੱਤਰ ਡੀਜੀਪੀ ਵਰਗੇ ਸਿਖਰਲੇ ਅਧਿਕਾਰੀਆਂ ਅਤੇ ਉੱਚ ਅਧਿਕਾਰੀਆਂ ਦੀਆਂ ਤੈਨਾਤੀਆਂ ਕਰਦੀ ਸੀ, ਉਹਨਾਂ ਦੇ ਤਬਾਦਲਿਆਂ ਦੇ ਹੁਕਮ ਦਿੰਦੀ ਸੀ, ਤੇ ਤੁਸੀਂ ਕਹਿੰਦੇ ਫਿਰ ਤੁਸੀਂ ਕੀ ਕਰਦੇ ਸੀ? ਬਾਜਵਾ ਸਾਹਿਬ ਨੂੰ ਉਹਨਾਂ ਨੇ ਯਾਦ ਕਰਾਇਆ ਵੀ ਤੁਸੀਂ ਕੀ ਕਰਦੇ ਸੀ। ਕਹਿੰਦੇ ਤੁਸੀਂ ਉਸ ਵਕਤ ਮੁੱਖ ਮੰਤਰੀ ਨੂੰ ਉਹਨਾਂ ਦੀ ਤਾਨਾਸ਼ਾਹੀ ਦੀ ਕਾਰਜਸ਼ੈਲੀ ਪ੍ਰਤੀ ਨਾਰਾਜ਼ਗੀ ਪ੍ਰਗਟਾਉਂਦੇ ਹੁੰਦੇ ਸੀ, ਚਿੱਠੀਆਂ ਲਿਖਦੇ ਸੀ, ਭਾਵੇਂ ਉਹ ਪੜ੍ਹਦੇ ਨਹੀਂ ਸੀ, ਪਰ ਬਾਅਦ ਚ ਕਹਿੰਦੇ ਤੁਹਾਨੂੰ ਉਹਨਾਂ ਨਾਲ ਵੀ ਦੁਪਹਿਰ ਅਤੇ ਰਾਤ ਦੇ ਖਾਣੇ ਤੇ ਦੇਖਿਆ ਗਿਆ ਸੀ। ਛੱਡਿਆ ਨਵਜੋਤ ਸਿੰਘ ਸਿੱਧੂ ਵੀ ਨਹੀਂ, ਇੱਕੋ ਹੀ ਵੀਡੀਓ ਸੰਦੇਸ਼ ਦੇ ਵਿੱਚ ਸਾਰਿਆਂ ਦੇ ਉੱਤੇ ਨਿਸ਼ਾਨੇ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਆਪਣੇ ਧੜੇ ਨੂੰ ਮਾਨਤਾ ਦਿਵਾਉਣੀ ਚਾਹੀਦੀ ਹੈ, ਜੋ ਰਾਜਪੁਰੇ 'ਚ ਬੀਤੇ ਦਿਨੀ ਬਿਜਲੀ ਸਮਝੌਤਿਆਂ ਦਾ ਵਿਰੋਧ ਕਰ ਰਹੇ ਸੀ। ਕਹਿੰਦੇ ਆਮ ਆਦਮੀ ਪਾਰਟੀ ਨੂੰ ਤੁਸੀਂ ਰਾਜਪੁਰਾ ਦੇ ਵਿੱਚ ਵਿਰੋਧ ਕਰਕੇ ਜ਼ਿੰਮੇਵਾਰ ਠਹਿਰਾ ਰਹੇ ਸੀ। ਸਿੱਧੂ ਦੇ ਆਪ ਮੁਹਾਰੇ ਕੰਮਕਾਜ ਤੇ ਕਹਿੰਦੇ ਕਾਂਗਰਸ ਤੇ ਨਵੇਂ ਪ੍ਰਧਾਨ ਰਾਜਾ ਵੜਿੰਗ ਵੀ ਨਿਖੇਧੀ ਕਰ ਚੁੱਕੇ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਧਾਰਨਾ ਨਹੀਂ ਜਿਸ ਤਰੀਕੇ ਨਾਲ ਤੁਸੀਂ ਚੱਲ ਰਹੇ ਹੋ, ਪਰ ਚਲੋ ਉਹਨਾਂ ਦਾ ਇੰਟਰਨਲ ਮਾਮਲਾ ਹੈ। ਮੁੱਖ ਮੰਤਰੀ ਹੋਰਾਂ ਨੇ ਸਿੱਧੂ ਸਾਹਿਬ ਨੂੰ ਆਖਿਆ ਕਿ ਤੁਸੀਂ ਬਿਜਲੀ ਮੰਤਰੀ ਵਜੋਂ ਅਹੁਦਾ ਕਿਉਂ ਨਹੀਂ ਸੰਭਾਲਿਆ, ਦੱਸਿਓ, ਜਦ ਕਿ ਤੁਸੀਂ ਬਿਜਲੀ ਸਮਝੌਤਿਆਂ ਨੂੰ ਆਸਾਨੀ ਨਾਲ ਰੱਦ ਕਰ ਸਕਦੇ ਸੀ, ਤੁਹਾਨੂੰ ਉਹ ਮਹਿਕਮਾ ਵੀ ਮਿਲ ਗਿਆ ਸੀ। ਉਹਨਾਂ ਫੇਰ ਕਿਹਾ ਕਿ ਸਾਡੀ ਸਰਕਾਰ ਛੇਤੀ ਪੰਜਾਬ ਵਿਧਾਨ ਸਭਾ 'ਚ ਇਹਨਾਂ ਸਮਝੌਤਿਆਂ ਨੂੰ ਰੱਦ ਕਰੂ ਜਿਹੜੇ ਅਕਾਲੀ ਸਰਕਾਰ ਵੇਲੇ ਬਣੇ। ਤੁਸੀਂ 2017 'ਚ ਕਿਹਾ ਸੀ ਅਸੀਂ ਰੱਦ ਕਰਾਂਗੇ, 5 ਸਾਲ ਸਰਕਾਰ ਚਲਾਈ, ਰੱਦ ਕੀਤਾ ਹੀ ਨਹੀਂ। ਕਹਿੰਦੇ ਬਦਕਿਸਮਤੀ ਨਾਲ ਤੁਸੀਂ ਇਹ ਇਤਿਹਾਸਕ ਫੈਸਲੇ ਦਾ ਗਵਾਹ ਬਣਨ ਲਈ ਉਸ ਵਕਤ ਸਦਨ ਦੇ ਵਿੱਚ ਮੌਜੂਦ ਨਹੀਂ ਹੋਵੋਗੇ। ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੁਹਰਾਈ ਭਗਵੰਤ ਮਾਨ ਨੇ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਹੋਣ ਦੇ ਨਾਤੇ ਪੰਜਾਬ ਨੂੰ ਮੁਲਕ ਦਾ ਮੋਹਰੀ ਸੂਬਾ ਬਣਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਆਪ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਇਸ ਦੇ ਵਸਨੀਕਾਂ ਦੀ ਭਲਾਈ ਲਈ ਯਕੀਨ ਬਣਾਉਣਾ ਚਾਹੁੰਦੀ ਹੈ ਤੇ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਅਸੀਂ ਦੇਸ਼ ਤੇ ਹੀ ਨਹੀਂ ਸਗੋਂ ਦੁਨੀਆ ਭਰ ਦੇ ਕਿਸੇ ਵੀ ਸਾਰਥਿਕ ਵਿਕਾਸ ਮਾਡਲ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਹੁਣ ਹੁੰਦਾ ਮਾਡਲ ਲਾਗੂ ਜਾਂ ਨਹੀਂ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਧੂ ਸਾਹਿਬ ਉਹਦੀ ਤਾਮਿਲਨਾਡੂ ਜਾਂਦੇ ਹੁੰਦੇ ਸੀ। ਉਹਨਾਂ ਨੇ ਜ਼ਿਕਰ ਹੀ ਕਰ ਦਿੱਤਾ ਕਿ ਕੋਈ ਚੀਨ ਜਾਂਦਾ ਸੀ, ਕੋਈ ਅਰਜਨਟੀਨਾ ਜਾਂਦਾ ਸੀ, ਕੋਈ ਕਿਤੇ ਹੋਰ ਜਾਂਦਾ ਸੀ। ਸਲਾਹ ਲੈਣੀ ਕਿਤੋਂ ਮਾੜੀ ਨਹੀਂ, ਪਰ ਜਿਸ ਤਰੀਕੇ ਨਾਲ ਇਹਨੂੰ ਪ੍ਰਚਾਰਿਆ ਜਾ ਰਿਹਾ ਹੈ, ਮੈਂ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਵੀ ਆਖਿਆ ਸੀ ਕਿ ਉਹਦੇ ਕਾਰਨ ਸੀ ਪਿੱਛੇ ਕਿ ਤੁਹਾਡੇ ਖਿਲਾਫ ਨਜਾਇਜ਼ ਜਿਹੜੀਆਂ ਜ਼ਮੀਨਾਂ ਨੱਪੀਆਂ ਹੋਈਆਂ ਨੇ। ਕੱਲ੍ਹ ਦੇ ਅਖਬਾਰਾਂ 'ਚ, ਪਰਸੋਂ ਦਿਆਂ 'ਚ ਬਹੁਤ ਵੱਡੀਆਂ ਖਬਰਾਂ ਸੀ, ਪਰ ਤੁਸੀਂ ਸਿਰਫ ਤੇ ਸਿਰਫ ਜਿਹੜਾ ਸਮਝੌਤਾ ਹੋਇਆ ਹੈ ਉਹਨੂੰ ਆਧਾਰ ਬਣਾ ਕੇ ਪ੍ਰੈਸ ਕਾਨਫਰੰਸਾਂ ਕਰ ਦਿੱਤੀਆਂ ਤਾਂ ਕਿ ਲੋਕਾਂ ਦਾ ਧਿਆਨ ਉੱਧਰ ਜਾਵੇ ਹੀ ਨਾ। ਤੇ ਅਗਲੀ ਜਿਹੜੀ ਖਬਰ ਹੈ, ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਬੀਤੇ ਦਰਅਸਲ ਕਈ ਵਰ੍ਹਿਆਂ ਤੋਂ ਪਣਪਿਆ ਹੈ। ਜਦੋਂ ਤੋਂ ਨਵੀਂ ਸਰਕਾਰ ਬਣੀ, ਕਤਲੋ ਗਾਰਤ ਕਾਫੀ ਹੋਈ ਤੇ ਨਿਸ਼ਾਨੇ ਤੇ ਆਈ ਆਪ ਸਰਕਾਰ। ਫਿਰ ਇੱਕ ਟਾਸਕ ਫੋਰਸ ਬਣਾਈ ਗਈ ਜਿਹੜੀ ਗੈਂਗਸਟਰਾਂ ਨਾਲ ਨਜਿੱਠੂਗੀ। ਉਹਦੇ ਕੁਝ ਇੱਕ ਸਾਰਥਿਕ ਨਤੀਜੇ ਵੀ ਮਿਲਣ ਲੱਗੇ, ਪਰ ਹੁਣ ਇੱਕ ਦੂਸਰਾ ਵੱਡਾ ਐਕਸ਼ਨ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ। ਇਹ ਐਕਸ਼ਨ ਲੈਂਦਿਆਂ 50 ਵੱਡੇ ਅਪਰਾਧੀਆਂ ਨੂੰ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਤਿਆਰੀ ਕਰ ਲਈ ਗਈ ਹੈ। ਖਬਰ ਮਿਲੀ ਹੈ ਕਿ ਜਿਸ ਦੇ ਵਿੱਚ 36 ਖੁੰਖਾਰ ਤੇ ਖਤਰਨਾਕ ਗੈਂਗਸਟਰ ਵੀ ਸ਼ਾਮਲ ਨੇ। ਸਿਰਫ ਇੰਨਾ ਹੀ ਨਹੀਂ, 14 ਹੋਰ ਦੋਸ਼ੀਆਂ ਨੂੰ ਵੀ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹਨਾਂ 36 ਗੈਂਗਸਟਰਾਂ ਨੂੰ ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹੀ ਕਾਬੂ ਕੀਤਾ ਸੀ। ਇਹ ਅੰਤਰਰਾਸ਼ਟਰੀ ਨਸ਼ਾ ਤਸਕਰੀ, ਅੱਤਵਾਦੀ ਗਤੀਵਿਧੀਆਂ ਤੇ ਕਈ ਹੋਰ ਗੰਭੀਰ ਜੁਰਮਾਂ ਦੇ ਨਾਲ ਸੰਬੰਧਿਤ ਨੇ। ਜੇਲ੍ਹ ਪ੍ਰਬੰਧਕਾਂ ਨੂੰ ਇਹਦੀ ਜਾਣਕਾਰੀ ਖੁਫੀਆ ਏਜੰਸੀਆਂ ਦੇ ਵੱਲੋਂ ਦਿੱਤੀ ਗਈ ਸੀ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਹੀ ਇਹਨਾਂ ਦੋਸ਼ੀਆਂ ਨੂੰ ਦੂਸਰੀਆਂ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ। ਅਸਲ ਦੇ ਵਿੱਚ ਏਜੰਸੀਆਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਇਹਨਾਂ ਵਿੱਚ ਜ਼ਿਆਦਾਤਰ ਦੋਸ਼ੀ ਜੇਲ੍ਹਾਂ ਤੋਂ ਹੀ ਨੈਟਵਰਕ ਚਲਾ ਰਹੇ ਨੇ। ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੇ ਮੋਬਾਈਲ ਫੋਨ ਵੀ ਫੜੇ ਜਾਂਦੇ ਰਹੇ ਹੈ ਅਤੇ ਬਹੁਤ ਸਾਰੇ ਜਿਹੜੇ ਕਤਲ ਹੋਏ ਨੇ ਉਹਨਾਂ ਦਾ ਪਤਾ ਲੱਗਿਆ ਕਿ ਜੇਲ੍ਹ ਦੇ ਅੰਦਰੋਂ ਹੀ ਉਹ ਨੈਟਵਰਕ ਚਲਾਏ ਗਏ ਸੀ। ਤੇ ਅੰਤਰਰਾਸ਼ਟਰੀ ਸਮਗਲਰਾਂ ਦਾ ਵਿੱਚ ਰਣਜੀਤ ਸਿੰਘ ਚੀਤਾ, ਉਹਨਾਂ ਦਾ ਭਰਾ ਹੈ ਗਗਨਦੀਪ ਸਿੰਘ ਅਤੇ ਉਹਨਾਂ ਦਾ ਸਾਥੀ ਹੈ ਦਿਲਬਾਗ ਸਿੰਘ, ਉਹਨਾਂ ਦੇ ਨਾਮ ਵੀ ਸਾਹਮਣੇ ਆ ਰਹੇ ਹੈ। ਇਹਨਾਂ ਨੂੰ ਸਭ ਤੋਂ ਪਹਿਲਾਂ ਬਰਨਾਲਾ ਜੇਲ੍ਹ 'ਚ ਰੱਖਿਆ ਗਿਆ ਸੀ ਜਿੱਥੇ ਜੈਮਰ ਤੱਕ ਦੀ ਸਹੂਲਤ ਵੀ ਸੀ। ਇਹਨਾਂ ਸਭ ਦੋਸ਼ੀਆਂ ਦੇ ਵਿੱਚੋਂ 12 ਸਮਗਲਰਾਂ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਏਗਾ ਜੋ ਕਿ ਅੰਤਰਰਾਸ਼ਟਰੀ ਨਸ਼ਾ ਸਮਗਲਿੰਗ ਨਾਲ ਸੰਬੰਧ ਰੱਖਦੇ ਹੈ। ਇਹਦੇ 'ਚ ਇਹ ਵੀ ਖਬਰ ਮਿਲੀ ਹੈ
ਕਿ ਅਫਗਾਨਿਸਤਾਨ ਤੇ ਜੰਮੂ ਕਸ਼ਮੀਰ ਦੇ ਲੋਕ ਵੀ ਦੱਸੇ ਗਏ ਹੈ ਜਿਹੜੇ ਇਹਨਾਂ ਦੇ ਨਾਲ ਸ਼ਾਮਲ ਨੇ। ਇਹਦੇ ਤੋਂ ਇਲਾਵਾ ਕਈ ਵੱਡੇ ਗੈਂਗਸਟਰ ਕਪੂਰਥਲਾ 'ਚ 6, ਬਰਨਾਲਾ, ਪਟਿਆਲਾ, ਸੰਗਰੂਰ ਅਤੇ ਫਿਰੋਜ਼ਪੁਰ 'ਚ 4 ਨੇ, 3 ਲੁਧਿਆਣਾ 'ਚ ਬੰਦ ਨੇ। ਦੱਸਣਾ ਬਣਦਾ ਕਿ ਬਠਿੰਡਾ ਜੇਲ੍ਹ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਹਾਈ ਰਿਸਕ ਪ੍ਰਿਜ਼ਨਰ ਸੈੱਲ ਬਣਾਇਆ ਗਿਆ ਹੈ। ਇਸ ਜੇਲ੍ਹ ਦੇ ਵਿੱਚ ਪੰਜਾਬ ਦੇ ਵੱਡੇ ਗੈਂਗਸਟਰ ਬੰਦ ਨੇ। ਸੁਰੱਖਿਆ ਦੀ ਜ਼ਿੰਮੇਵਾਰੀ CRPF ਨੂੰ ਦਿੱਤੀ ਗਈ ਹੈ ਅਤੇ ਉਹ ਬਕਾਇਦਾ ਗੇਟ ਤੇ ਸਕੈਨਰ ਰਾਹੀਂ ਜਾਂਚ ਕਰਦੇ ਹੈ। ਹੁਣ ਉਹਨਾਂ ਨੂੰ ਉੱਥੇ ਸ਼ਿਫਟ ਕੀਤੇ ਜਾਣ ਦੀਆਂ ਤਿਆਰੀਆਂ ਨੇ, ਕਿਉਂਕਿ ਪੰਜਾਬ ਸਰਕਾਰ ਬੀਤੇ ਕਈ ਦਿਨਾਂ ਤੋਂ ਲਗਾਤਾਰ ਨਿਸ਼ਾਨੇ ਤੇ ਸੀ ਕਿ ਗੈਂਗਸਟਰਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏਗੀ। ਤੇ ਹੁਣ ਲੋਕ ਤਾਂ ਸੱਚਮੁੱਚ ਤਰਾਹ ਕਰਦੇ ਹੈ। ਔਰ ਨਾ ਤਾਂ ਰਾਤੋਂ ਰਾਤ ਗੈਂਗਸਟਰ ਉਪਜੇ ਹੈ, ਨਾ ਰਾਤੋਂ ਰਾਤ ਨਸ਼ਾ ਇੰਨਾ ਵਧਿਆ ਹੈ, ਨਾ ਰਾਤੋਂ ਰਾਤ ਮਹਿੰਗਾਈ ਇੰਨੀ ਵਧੀਆ ਹੈ, ਨਾ ਰਾਤੋਂ ਰਾਤ ਸਰਕਾਰੀ ਸਕੂਲਾਂ ਦੀ ਸਥਿਤੀ ਇਹ ਹੋਈ ਹੈ, ਨਾ ਰਾਤੋਂ ਰਾਤ ਸਰਕਾਰੀ ਹਸਪਤਾਲਾਂ ਦੀ ਸਥਿਤੀ ਬਦ ਤੋਂ ਬਦਤਰ ਹੋਈ ਹੈ, ਨਾ ਰਾਤੋਂ ਰਾਤ ਸਰਕਾਰੀ ਬੱਸ ਸੇਵਾ ਦਾ ਮੰਦਾ ਹਾਲ ਹੋਇਆ ਸੀ। ਇਹਦੇ ਵਾਸਤੇ ਕੌਣ ਜ਼ਿੰਮੇਵਾਰ ਨੇ? ਇਸ਼ਾਰਾ ਤਾਂ ਸਾਫ਼ ਹੈ ਕਿ ਜਿਹੜੇ ਭਾਈ ਇਸ ਰਾਜ ਪ੍ਰਬੰਧ ਦੇ ਉੱਤੇ ਕਾਬਜ਼ ਰਹੇ ਉਹਨਾਂ ਨੇ ਕੀਤਾ ਕੁਛ ਨਹੀਂ, ਪਰ ਹੁਣ ਇਹ ਰਾਤੋਂ ਰਾਤ ਕੁਛ ਨਹੀਂ ਹੋਣਾ। ਜਿਹੜੀਆਂ ਗੱਲਾਂ ਦਾ ਜ਼ਿਕਰ ਭਗਵੰਤ ਮਾਨ ਨੇ ਆਪਣੇ ਵੀਡੀਓ ਸੰਦੇਸ਼ ਦੇ ਵਿੱਚ ਕੀਤਾ, ਦਰਅਸਲ ਉਹਨਾਂ ਦਾ ਇਸ਼ਾਰਾ ਇਹਨਾਂ ਵੱਲ ਹੀ ਹੈ ਕਿ ਸਾਨੂੰ ਸਮਾਂ ਤਾਂ ਦੇ ਦਿਓ। ਬਿਲਕੁਲ, ਜੇ ਸਮਾਂ ਦਿੱਤੇ ਜਾਣ ਤੋਂ ਬਾਅਦ ਵੀ ਭਗਵੰਤ ਮਾਨ ਜਾਂ ਉਹਨਾਂ ਦੀ ਸਰਕਾਰ ਨੇ ਕੁਝ ਨਾ ਕੀਤਾ ਤਾਂ ਫਿਰ ਪੰਜਾਬ ਦੇ ਲੋਕ ਹੁਣ ਬਹੁਤ ਸੂਝਵਾਨ ਨੇ। ਜਿਵੇਂ ਅਕਾਲੀਆਂ ਨੂੰ, ਜਿਵੇਂ ਕਾਂਗਰਸ ਨੂੰ ਘਰੇ ਬਿਠਾਇਆ ਹੈ, ਅਗਲੀ ਵਾਰੀ ਇਹਨਾਂ ਨੂੰ ਵੀ ਘਰ ਬਿਠਾ ਦੇਣਗੇ। ਇਸ ਵਾਸਤੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਨਾ ਚਾਹੁੰਦਿਆਂ ਹੋਇਆਂ ਵੀ ਕੰਮ ਕਰਨਾ ਪਊਗਾ। ਜੇ ਨਾ ਕੰਮ ਕੀਤਾ ਤਾਂ 2017 'ਚ ਜਿਹੜੇ ਉਸ ਵਕਤ ਦੇ ਸੱਤਾਧਾਰੀ ਸੀ ਉਹਨਾਂ ਦੇ ਨਤੀਜੇ ਵੇਖ ਲੈਣ ਇਹ, 2022 'ਚ ਜਿਹੜੇ ਉਹਦੇ ਤੋਂ ਪਹਿਲਾਂ ਸੱਤਾਧਾਰੀ ਸੀ ਉਹਨਾਂ ਦੇ ਨਤੀਜੇ ਵੇਖ ਲੈਣ ਇਹ। ਜੇ ਤਾਂ 27 'ਚ ਚਾਹੁੰਦੇ ਆ ਨਤੀਜੇ ਚੰਗੇ ਤਾਂ ਕੰਮ ਕਰ ਲੈਣ, ਨਹੀਂ ਪਹਿਲਿਆਂ ਵਾਂਗੂ ਘਰ ਬੈਠਣ ਦੀ ਤਿਆਰੀ ਇਹਨਾਂ ਨੂੰ ਵੀ ਕਰਨੀ ਪਏਗੀ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।